ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮਿਲ USA TV। ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੇਸ਼ ਹਨ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਅਮਰੀਕਾ ਆਉਣ ਦੇ ਚਾਹਵਾਨ ਸੈਂਕੜੇ ਭਾਰਤੀ ਨੇਪਾਲੀ ਪ੍ਰਵਾਸੀ ਬ੍ਰਾਜ਼ੀਲ ਵਿੱਚ ਫਸ ਗਏ। ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਮੰਗਲਵਾਰ ਨੂੰ ਬਹਿਸ ਵਿੱਚ ਆਮੋ-ਸਾਹਮਣੇ ਹੋਣਗੇ। ਪ੍ਰਵਾਸੀਆਂ ਨੂੰ ਬੰਦਕ ਬਣਾਉਣ ਤੇ ਪਾਬੰਦੀ ਲਗਾਉਣਗੇ ਟਰੰਪ। ਕੈਲੀਫੋਰਨੀਆ 'ਚ ਪ੍ਰਵਾਸੀਆਂ ਦਾ ਘਰ ਬਣਾਉਣ ਦਾ ਸੁਪਨਾ ਟੁੱਟਿਆ, ਗਵਰਨਰ ਨੇ ਬਿੱਲ ਨੂੰ ਕੀਤਾ ਵੀਟੋ। ਸਾਡੇ ਦੇਸ਼ ਦੇ 248 ਸਾਲਾਂ ਦੇ ਇਤਿਹਾਸ 'ਚ ਸਾਡੇ ਗਣਰਾਜ ਲਈ ਡੋਨਾਲਡ ਟਰੰਪ ਤੋਂ ਵੱਡਾ ਕੋਈ ਖਤਰਾ ਨਹੀਂ, ਸਾਬਕਾ ਅਮਰੀਕੀ ਉਪ ਰਾਸ਼ਟਰਪਤੀ ਡਿਕ ਚੈਨੀ ਦਾ ਬਿਆਨ। ਜੇ ਟਰੰਪ ਚੁਣਿਆ ਜਾਂਦਾ ਹੈ ਤਾਂ ਯੂਨੀਵਰਸਿਟੀਆਂ ਨੂੰ ਮਾਨਤਾ ਅਤੇ ਸੰਘੀ ਸਮਰਥਨ ਖਤਮ ਹੋ ਜਾਵੇਗਾ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਹੋਰ ਵੀ ਦੇਸ਼ ਵਿਦੇਸ਼ ਦੀਆਂ ਖਬਰਾਂ। ਭਾਰਤ, ਨੇਪਾਲ ਅਤੇ ਵੀਅਤਨਾਮ ਦੇ ਸੈਂਕੜੇ ਪ੍ਰਵਾਸੀ ਬ੍ਰਾਜ਼ੀਲ ਦੇ ਰਸਤੇ ਅਮਰੀਕਾ ਪਹੁੰਚਣ ਦੀ ਉਮੀਦ ਵਿੱਚ ਹਫ਼ਤਿਆਂ ਤੋਂ ਸਾਓ ਪੋਲੋ ਵਿੱਚ ਫਸੇ ਹੋਏ ਹਨ। ਇਹ ਸਾਰੇ ਲੋਕ ਬ੍ਰਾਜ਼ੀਲ ਵਿੱਚ ਦਾਖਲ ਹੋਣ ਦੀ ਉਡੀਕ ਕਰਦੇ ਹੋਏ ਸਾਓ ਪੌਲੋ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਖਤਰਨਾਕ ਹਾਲਾਤਾਂ ਵਿੱਚ ਰਹਿਣ ਲਈ ਮਜਬੂਰ ਹਨ। ਇਹਨਾਂ ਵਿੱਚ ਬਹੁਤ ਸਾਰੇ ਬੱਚੇ ਅਤੇ ਕਿਸ਼ੋਰ ਹਨ। ਬ੍ਰਾਜ਼ੀਲ ਦੇ ਜਨਤਕ ਸੁਰੱਖਿਆ ਮੰਤਰਾਲੇ ਦੇ ਅਨੁਸਾਰ ਨਵੇਂ ਨਿਯਮ ਦੇ ਤਹਿਤ ਜਿਨ੍ਹਾਂ ਵਿਦੇਸ਼ੀ ਯਾਤਰੀਆਂ ਕੋਲ ਬ੍ਰਾਜ਼ੀਲ ਦਾ ਵੀਜ਼ਾ ਨਹੀਂ ਹੈ, ਉਹਨਾਂ ਨੂੰ ਸਿੱਧੇ ਆਪਣੀ ਮੰਜ਼ਿਲ ਤੇ ਜਾਣਾ ਪਵੇਗਾ ਜਾਂ ਆਪਣੇ ਦੇਸ਼ ਵਾਪਸ ਜਾਣਾ ਪਵੇਗਾ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਲ ਹੀ ਦੇ ਸਮੇਂ ਵਿੱਚ ਵਿਦੇਸ਼ੀ ਯਾਤਰੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ, ਖਾਸ ਤੌਰ ਤੇ ਏਸ਼ੀਆਈ ਜੋ ਬ੍ਰਾਜ਼ੀਲ ਨੂੰ ਏਸ਼ੀਆ ਤੋਂ ਉੱਤਰੀ ਅਮਰੀਕਾ ਦੇ ਰਸਤੇ ਵਿੱਚ ਰੁਕਣ ਦੇ ਰੂਪ ਵਿੱਚ ਵਰਤਦੇ ਹਨ। ਹੁਣ ਬ੍ਰਾਜ਼ੀਲ ਦੇ ਵੀਜ਼ੇ ਤੋਂ ਬਿਨਾਂ ਸਾਓ ਪਾਉਲੋ ਆਉਣ ਵਾਲੇ ਅਜਿਹੇ ਲੋਕਾਂ ਨੂੰ ਬ੍ਰਾਜ਼ੀਲ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਹਾਲਾਂਕਿ ਇਹ ਅਜੇ ਸਪਸ਼ਟ ਨਹੀਂ ਹੈ ਕਿ ਇਹ ਨਵੇਂ ਨਿਯਮ ਸਾਓ ਪੋਲੋ ਹਵਾਈ ਅੱਡੇ ਤੇ ਪਹਿਲਾਂ ਤੋਂ ਮੌਜੂਦ ਪ੍ਰਵਾਸੀਆਂ ਤੇ ਲਾਗੂ ਹੋਣਗੇ ਜਾਂ ਨਹੀਂ। ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ 666 ਪ੍ਰਵਾਸੀ ਬਿਨਾਂ ਵੀਜ਼ਾ ਦੇ ਬ੍ਰਾਜ਼ੀਲ ਦੇ ਗੁਆਰੁਲਹੋਸ ਹਵਾਈ ਅੱਡੇ ਤੇ ਦਾਖਲ ਹੋਣ ਦੀ ਉਡੀਕ ਕਰ ਰਹੇ ਹਨ। ਉਹਨਾਂ ਨੂੰ ਇੱਕ ਸੀਮਿਤ ਖੇਤਰ ਵਿੱਚ ਰੱਖਿਆ ਗਿਆ ਹੈ ਜਿੱਥੇ ਉਹਨਾਂ ਲਈ ਨਹਾਉਣ ਦੀ ਵੀ ਕੋਈ ਸਹੂਲਤ ਨਹੀਂ ਹੈ। ਉਹਨਾਂ ਦੀ ਆਵਾਜਾਈ ਵੀ ਸੀਮਿਤ ਹੋ ਗਈ ਹੈ, ਜਿਸ ਕਾਰਨ ਉਹਨਾਂ ਲਈ ਭੋਜਨ ਅਤੇ ਪਾਣੀ ਦਾ ਪ੍ਰਬੰਧ ਕਰਨਾ ਮੁਸ਼ਕਿਲ ਹੋ ਗਿਆ ਹੈ। ਬੱਚਿਆਂ ਅਤੇ ਕਿਸ਼ੋਰਾਂ ਨੂੰ ਠੰਡ ਤੋਂ ਬਚਾਉਣ ਦੇ ਲਈ ਕੰਬਲ ਵੀ ਨਹੀਂ ਹਨ। ਪਬਲਿਕ ਡਿਫੈਂਡਰ ਦੇ ਦਫ਼ਤਰ ਨੇ ਪਾਇਆ ਹੈ ਕਿ ਇਨ੍ਹਾਂ ਸਾਰੇ ਪ੍ਰਵਾਸੀਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਉਸ ਦੀ ਸਿਹਤ ਵੀ ਵਿਗੜ ਰਹੀ ਹੈ। ਏਜੰਸੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਜਦੋਂ ਤੱਕ ਉਹਨਾਂ ਦੀ ਸਥਿਤੀ ਦਾ ਫੈਸਲਾ ਨਹੀਂ ਹੋ ਜਾਂਦਾ, ਉਹਨਾਂ ਨੂੰ ਬ੍ਰਾਜ਼ੀਲ ਦੇ ਮਾਨਵਤਾਵਾਦੀ ਕਾਨੂੰਨ ਦੇ ਆਧਾਰ ਤੇ ਸ਼ਰਨ ਦਿੱਤੀ ਜਾਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਮੂਲ ਦੇਸ਼ ਵਾਪਸ ਨਹੀਂ ਭੇਜਿਆ ਜਾਣਾ ਚਾਹੀਦਾ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਮੰਗਲਵਾਰ ਨੂੰ ਪਹਿਲੀ ਵਾਰ ਬਹਿਸ ਵਿੱਚ ਆਮੋ-ਸਾਹਮਣੇ ਹੋਣਗੇ। US ਪ੍ਰਸਾਰਕ ABC, ਜੋ ਕਿ ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਿਹਾ ਹੈ, ਨੇ ਮੁਕਾਬਲੇ ਦੇ ਅੰਤਮ ਨਿਯਮਾਂ ਦੀ ਘੋਸ਼ਣਾ ਕੀਤੀ ਹੈ। ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਵਿਚਕਾਰ ਬਹਿਸ ਫਿਲਾਡੇਲਫੀਆ ਦੇ ਰਾਸ਼ਟਰੀ ਸੰਵਿਧਾਨ ਕੇਂਦਰ ਵਿਖੇ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 9 ਵਜੇ ਹੋਵੇਗੀ ਅਤੇ ਇਸ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਕਮਰੇ ਵਿੱਚ ਕੋਈ ਵੀ ਦਰਸ਼ਕ ਮੌਜੂਦ ਨਹੀਂ ਹੋਵੇਗਾ। ਇਵੈਂਟ ਦਾ ਸੰਚਾਲਨ ABC ਐਂਕਰ ਡੇਵਿਡ ਅਤੇ ਲਿੰਸੇ ਡੇਵਿਸ ਦੁਆਰਾ ਕੀਤਾ ਜਾਵੇਗਾ ਅਤੇ 2 ਵਪਾਰਕ ਬ੍ਰੇਕਾਂ ਦੇ ਨਾਲ ਬਹਿਸ ਦੇ ਸਮੇਂ ਦੇ 90 ਮਿੰਟਾਂ ਲਈ ਚੱਲੇਗਾ। ਮਾਈਕਰੋਫੋਨਾਂ ਨੂੰ ਮਿਊਟ ਕਰ ਦਿੱਤਾ ਜਾਵੇਗਾ। ABC ਨੇ ਘੋਸ਼ਣਾ ਕੀਤੀ ਹੈ ਕਿ ਹਰੇਕ ਉਮੀਦਵਾਰ ਦਾ ਮਾਈਕਰੋਫੋਨ ਸਿਰਫ ਉਦੋਂ ਹੀ ਲਾਈਵ ਹੋਵੇਗਾ ਜਦੋਂ ਉਹਨਾਂ ਦੀ ਬੋਲਣ ਦੀ ਵਾਰੀ ਹੋਵੇਗੀ ਅਤੇ ਜਦੋਂ ਦੂਜੇ ਉਮੀਦਵਾਰ ਦਾ ਸਮਾਂ ਹੋਵੇਗਾ ਤਾਂ ਮਿਊਟ ਕੀਤਾ ਜਾਵੇਗਾ। ਸਿਰਫ ਸੰਚਾਲਕਾਂ ਨੂੰ ਸਵਾਲ ਪੁੱਛਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਉਮੀਦਵਾਰਾਂ ਨਾਲ ਕੋਈ ਵੀ ਵਿਸ਼ਾ ਜਾਂ ਸਵਾਲ ਪਹਿਲਾਂ ਤੋਂ ਸਾਂਝੇ ਨਹੀਂ ਕੀਤੇ ਜਾਣਗੇ। ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਸ਼ੁਰੂਆਤੀ ਬਿਆਨ ਨਹੀਂ ਦੇਣਗੇ। ਉਹਨਾਂ ਨੂੰ ਹਰੇਕ ਸਵਾਲ ਦਾ ਜਵਾਬ ਦੇਣ ਲਈ 2 ਮਿੰਟ ਦਿੱਤੇ ਜਾਣਗੇ। 2 ਮਿੰਟ ਉਹਨਾਂ ਦੇ ਵਿਰੋਧੀ ਨੂੰ ਖੰਡਣ ਲਈ ਦਿੱਤੇ ਜਾਣਗੇ। ਨਿਯਮਾਂ ਦੇ ਅਨੁਸਾਰ ਫੋਲੋ-ਅਪ ਸਪਸ਼ਟੀਕਰਨ ਜਾਂ ਜਵਾਬ ਲਈ 1 ਵਾਧੂ ਮਿੰਟ ਹੋਵੇਗਾ। ਬਹਿਸ ਦੇ ਅੰਤ ਵਿੱਚ ਹਰੇਕ ਉਮੀਦਵਾਰ 1-2 ਮਿੰਟ ਤੇ ਸਮਾਪਤੀ ਬਿਆਨ ਦੀ ਪੇਸ਼ਕਸ਼ ਕਰੇਗਾ, ਜਿਸ ਵਿੱਚ ਟਰੰਪ ਆਖਰੀ ਵਾਰ ਜਾਵੇਗਾ। ਉਮੀਦਵਾਰ ਬਹਿਸ ਦੌਰਾਨ
ਪੋਡੀਅਮਾਂ ਦੇ ਪਿੱਛੇ ਖੜੇ ਹੋਣਗੇ। ਬਿਨਾਂ ਕਿਸੇ ਪ੍ਰੋਪਸ ਜਾਂ ਪੂਰਵ ਲਿਖਤ ਨੋਟਿਸ ਦੀ ਆਗਿਆ ਨਹੀਂ ਹੈ। ਟਰੰਪ ਅਤੇ ਹੈਰਿਸ ਨੂੰ ਇੱਕ ਪੈਨ, ਕਾਗਜ਼ ਦਾ ਪੈਡ ਅਤੇ ਪਾਣੀ ਦੀ ਬੋਤਲ ਦਿੱਤੀ ਜਾਵੇਗੀ। ਕਮਰਸ਼ੀਅਲ ਬ੍ਰੇਕਾਂ ਦੌਰਾਨ ਪ੍ਰਚਾਰ ਅਮਲੇ ਨੂੰ ਉਮੀਦਵਾਰਾਂ ਨਾਲ ਗੱਲ ਕਰਨ ਜਾਂ ਗੱਲਬਾਤ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਟਰੰਪ ਦਾ ਕਹਿਣਾ ਹੈ ਕਿ ਡੈਮੋਕ੍ਰੇਟਸ ਇਮੀਗ੍ਰੇਸ਼ਨ ਨੂੰ ਲੈ ਕੇ ਨਰਮ ਰਵੱਈਆ ਅਪਣਾ ਰਹੇ ਹਨ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਆਉਣ ਵਾਲੇ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾਣਾ ਚਾਹੀਦਾ ਹੈ। ਉਸਨੇ ਕਿਹਾ ਕਿ ਉਹ ਕੈਲੀਫੋਰਨੀਆ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਨੂੰ ਬੰਧਕ ਬਣਾਉਣ ਤੇ ਪਾਬੰਦੀ ਲਗਾਉਣਗੇ ਕਿਉਂਕਿ ਉਹਨਾਂ ਦੇ ਕਾਰਨ ਰਿਹਾਇਸ਼ ਦੀ ਕੀਮਤ ਵਧ ਰਹੀ ਹੈ। ਹਾਲਾਂਕਿ ਟਰੰਪ ਨੇ ਆਪਣੇ ਦੋਸ਼ਾਂ ਦੇ ਸਮਰਥਨ ਲਈ ਕੋਈ ਸਬੂਤ ਨਹੀਂ ਦਿੱਤਾ। ਉਸਨੇ ਇਹ ਵੀ ਖਾਸ ਜਾਣਕਾਰੀ ਨਹੀਂ ਦਿੱਤੀ ਕਿ ਉਹ ਇਸ ਪਾਬੰਦੀ ਨੂੰ ਕਿਵੇਂ ਲਾਗੂ ਕਰਨਗੇ। ਇਹ ਵੀ ਨਹੀਂ ਦੱਸਿਆ ਕਿ ਇਹ ਪਾਬੰਦੀ ਕੈਲੀਫੋਰਨੀਆ ਤੋਂ ਇਲਾਵਾ ਹੋਰ ਰਾਜਾਂ ਵਿੱਚ ਵੀ ਲਾਗੂ ਹੋਵੇਗੀ ਜਾਂ ਨਹੀਂ। ਗਵਰਨਰ ਨੇ ਕੈਲੀਫੋਰਨੀਆ ਵਿੱਚ ਪ੍ਰਵਾਸੀਆਂ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਬਿੱਲ ਨੂੰ ਵੀਟੋ ਕਰ ਦਿੱਤਾ ਹੈ। ਇਸ ਬਿੱਲ ਵਿੱਚ ਗੈਰ ਦਸਤਾਵੇਜ਼ ਪ੍ਰਵਾਸੀਆਂ ਨੂੰ ਘਰ ਖਰੀਦਣ ਲਈ ਸਰਕਾਰੀ ਫੰਡਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਦੀ ਵਿਵਸਥਾ ਸੀ, ਪਰ ਡੈਮੋਕ੍ਰੈਟਿਕ ਗਵਰਨਰ ਗੈਵਿਨ ਨਿਊਜ਼ਮ ਨੇ ਘੱਟ ਸਰਕਾਰੀ ਫੰਡਾਂ ਦਾ ਹਵਾਲਾ ਦਿੰਦੇ ਹੋਏ ਬਿੱਲ ਨੂੰ ਵੀਟੋ ਕਰ ਦਿੱਤਾ ਹੈ। ਇਹ ਬਿੱਲ ਕੈਲੀਫੋਰਨੀਆ ਦੇ ਸੰਸਦ ਮੈਂਬਰ ਜੋਕਿਨ ਅਰਾਮਬੁੱਲਾ ਨੇ ਪੇਸ਼ ਕੀਤਾ ਸੀ, ਜਿਸ ਨੂੰ ਰਾਜ ਵਿਧਾਨ ਸਭਾ ਨੇ ਮਨਜ਼ੂਰੀ ਦੇ ਦਿੱਤੀ ਹੈ। ਪਿਛਲੇ ਹਫ਼ਤੇ ਇਸ ਨੂੰ ਰਾਜਪਾਲ ਦੀ ਮਨਜ਼ੂਰੀ ਲਈ ਭੇਜਿਆ ਗਿਆ ਸੀ। ਨਿਊਜ਼ਮ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਜ ਦੇ ਸਾਲਾਨਾ ਬਜਟ ਵਿੱਚ ਕੈਲੀਫੋਰਨੀਆ ਹਾਊਸਿੰਗ ਫਾਈਨਾਂਸ ਏਜੰਸੀ ਲਈ ਉਪਲਬਧ ਸੀਮਿਤ ਫੰਡਾਂ ਨੂੰ ਦੇਖਦੇ ਹੋਏ ਪ੍ਰੋਗਰਾਮ ਲਈ ਯੋਗਤਾ ਦਾ ਵਿਸਤਾਰ ਕਰਨ ਨੂੰ ਧਿਆਨ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ। ਸਾਨੂੰ ਇਹ ਦੇਖਣਾ ਹੋਵੇਗਾ ਕਿ ਅਸੀਂ ਆਪਣੇ ਸਾਧਨਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਿਵੇਂ ਕਰ ਸਕਦੇ ਹਾਂ। ਇਸ ਲਈ ਮੈਂ ਇਸ ਬਿੱਲ ਤੇ ਦਸਤਖਤ ਕਰਨ ਤੋਂ ਅਸਮਰਥ ਹਾਂ। ਬਿੱਲ ਪੇਸ਼ ਕਰਦੇ ਹੋਏ ਅਰਾਮਬੁੱਲਾ ਨੇ ਕਿਹਾ ਕਿ AB 1840 ਮਿਹਨਤੀ ਜ਼ਿੰਮੇਵਾਰ ਲੋਕਾਂ ਨੂੰ ਇੱਕ ਮੌਕਾ ਪ੍ਰਦਾਨ ਕਰਨ ਬਾਰੇ ਹੈ ਜੋ ਆਪਣੇ ਘਰ ਦੇ ਮਾਲਕ ਹੋਣ ਦਾ ਸੁਪਨਾ ਲੈਂਦੇ ਹਨ ਅਤੇ ਇਹ ਵਿਰਾਸਤ ਆਪਣੇ ਬੱਚਿਆਂ ਨੂੰ ਸੌਂਪਦੇ ਹਨ। ਇਨ੍ਹਾਂ ਲੋਕਾਂ ਵਿੱਚ ਗੈਰ ਦਸਤਾਵੇਜ਼ੀ ਪ੍ਰਵਾਸੀ ਵੀ ਸ਼ਾਮਲ ਹਨ ਜੋ ਦਹਾਕਿਆਂ ਤੋਂ ਇੱਥੇ ਰਹਿ ਰਹੇ ਹਨ ਅਤੇ ਆਪਣੇ ਟੈਕਸ ਅਦਾ ਕਰ ਰਹੇ ਹਨ। ਬਿੱਲ ਦਾ ਵਿਰੋਧ ਕਰਨ ਵਾਲੇ ਰਿਪਬਲਿਕਨ ਨੇਤਾਵਾਂ ਨੇ ਕਿਹਾ ਕਿ ਕਾਨੂੰਨੀ ਤੌਰ ਤੇ ਅਮਰੀਕਾ ਆਉਣ ਵਾਲੇ ਪਰਿਵਾਰਾਂ ਲਈ ਰਿਹਾਇਸ਼ੀ ਸਹਾਇਤਾ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ, ਨਾ ਕਿ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ। ਇਹ ਘਟਨਾਕ੍ਰਮ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਆਗਾਮੀ ਚੋਣਾਂ ਵਿੱਚ ਪ੍ਰਵਾਸ ਇੱਕ ਵੱਡੇ ਮੁੱਦੇ ਵਜੋਂ ਉਭਰਿਆ ਹੈ। ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਡੋਨਾਲਡ ਟਰੰਪ ਦੋਵੇਂ ਇਸ ਮੁੱਦੇ ਤੇ ਜ਼ੋਰਦਾਰ ਕਦਮ ਚੁੱਕ ਰਹੇ ਹਨ। ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਭਾਰਤੀ ਮੂਲ ਦੀ ਕਮਲਾ ਹੈਰਿਸ ਦਾ ਸਮਰਥਨ ਕਰਨ ਵਾਲੇ ਲੋਕਾਂ ਦੀ ਗਿਣਤੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਹੁਣ ਵਿਰੋਧੀ ਰਿਪਬਲਿਕਨ ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਆਪਣੀ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦੀ ਬਜਾਏ ਹੈਰਿਸ ਨੂੰ ਸਮਰਥਨ ਦੇਣ ਦਾ ਖੁੱਲ੍ਹ ਕੇ ਐਲਾਨ ਕੀਤਾ ਹੈ। ਰਿਪਬਲਿਕਨ ਪਾਰਟੀ ਦੇ ਨੇਤਾ ਅਤੇ ਸਾਬਕਾ ਉਪ ਰਾਸ਼ਟਰਪਤੀ ਡਿਕ ਚੈਨੀ ਨੇ ਕਿਹਾ ਹੈ ਕਿ 5 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਚੋਣਾਂ 'ਚ ਉਹ ਰਿਪਬਲਿਕਨ ਪਾਰਟੀ ਦੇ ਸਾਬਕਾ ਪ੍ਰਧਾਨ ਡੋਨਾਲਡ ਟਰੰਪ ਦੀ ਬਜਾਏ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਵੋਟ ਪਾਉਣਗੇ। 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਟਰੰਪ ਅਤੇ ਹੈਰਿਸ ਵਿਚਾਲੇ ਸਖਤ ਮੁਕਾਬਲਾ ਹੈ। ਉਹ ਅਗਲੇ ਹਫ਼ਤੇ ਪਹਿਲੀ ਟੈਲੀਵਿਜ਼ਨ ਬਹਿਸ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨ ਵਾਲੇ ਹਨ। ਆਪਣੀ ਪਾਰਟੀ ਤੇ ਟਰੰਪ ਦੇ ਕੰਟਰੋਲ ਅਤੇ ਉਸ ਦੀਆਂ ਕਾਰਵਾਈਆਂ ਤੋਂ ਤੰਗ ਆਏ ਕੁਝ ਰਿਪਬਲਿਕਨ ਨੇਤਾਵਾਂ ਨੇ ਹਾਲ ਹੀ 'ਚ ਹੈਰਿਸ ਦਾ ਸਮਰਥਨ ਕਰਨ ਦੀ ਗੱਲ ਕਹੀ ਹੈ। ਇਨ੍ਹਾਂ ਵਿੱਚ ਦਰਜਨਾਂ ਲੋਕ ਸ਼ਾਮਲ ਹਨ ਜੋ ਸਾਬਕਾ ਰਾਸ਼ਟਰਪਤੀ ਜਾਰਜ H.W. ਬੁਸ਼ ਅਤੇ ਜਾਰਜ W. ਬੁਸ਼ ਦੇ ਕਰਮਚਾਰੀ ਸਨ। ਯਾਦ ਰਹੇ ਕਿ ਡਿਕ ਚੈਨੀ 2001 ਤੋਂ 2009 ਤੱਕ ਰਿਪਬਲਿਕਨ ਰਾਸ਼ਟਰਪਤੀ ਜਾਰਜ W. ਬੁਸ਼ ਦੀ ਸਰਕਾਰ ਵਿੱਚ ਉਪ ਰਾਸ਼ਟਰਪਤੀ ਰਹੇ ਸਨ। ਉਸ ਨੂੰ ਕਈ ਸਾਲਾਂ ਤੋਂ ਮਨੁੱਖੀ ਅਧਿਕਾਰ ਸਮੂਹਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹ ਅਫਗਾਨਿਸਤਾਨ ਅਤੇ ਇਰਾਕ ਵਿੱਚ ਅਮਰੀਕੀ ਯੁੱਧਾਂ ਦਾ ਮੁੱਖ ਯੋਜਨਾਕਾਰ ਸੀ। ਇਨ੍ਹਾਂ ਯੁੱਧਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ। ਇਰਾਕ ਦੀ ਲੜਾਈ ਵਿੱਚ ਇਸ ਝੂਠ ਤੇ ਆਧਾਰਿਤ ਸੀ ਕਿ ਬਗਦਾਦ ਕੋਲ ਵਿਆਪਕ ਤਬਾਹੀ ਦੇ ਹਥਿਆਰ ਸਨ ਜੋ ਕਦੇ ਨਹੀਂ ਮਿਲੇ ਸਨ। ਸਾਬਕਾ ਉਪ ਰਾਸ਼ਟਰਪਤੀ ਡਿਕ ਚੈਨੀ ਦੀ ਧੀ ਸਾਬਕਾ ਕਾਂਗਰਸ ਵੂਮਨ ਲਿਜ਼ ਚੈਨੀ ਵੀ ਮੌਜੂਦਾ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ਦੀ ਜ਼ੁਬਾਨੀ ਆਲੋਚਕ ਰਹੀ ਹੈ। ਉਸਨੇ 6 ਜਨਵਰੀ 2021 ਨੂੰ ਟਰੰਪ ਸਮਰਥਕਾਂ ਦੁਆਰਾ US ਕੈਪੀਟਲ ਤੇ ਹਮਲੇ ਦੀ ਵੀ ਸਖਤ ਆਲੋਚਨਾ ਕੀਤੀ।
ਅਮਰੀਕੀ ਰਾਸ਼ਟਰਪਤੀ ਡਿਕ ਚੈਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਡੇ ਦੇਸ਼ ਦੇ 248 ਸਾਲਾਂ ਦੇ ਇਤਿਹਾਸ 'ਚ ਸਾਡੇ ਗਣਰਾਜ ਲਈ ਡੋਨਾਲਡ ਟਰੰਪ ਤੋਂ ਵੱਡਾ ਕੋਈ ਖਤਰਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਨਾਗਰਿਕ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਸੰਵਿਧਾਨ ਦੀ ਰਾਖੀ ਲਈ ਪੱਖਪਾਤ ਤੋਂ ਉੱਪਰ ਉੱਠੀਏ। ਇਸ ਲਈ ਮੈਂ ਕਮਲਾ ਹੈਰਿਸ ਨੂੰ ਵੋਟ ਪਾਵਾਂਗਾ। ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਯਹੂਦੀ ਦਾਨੀਆਂ ਨੂੰ ਕਿਹਾ ਕਿ ਜੇਕਰ ਉਹ ਵਾਈਟ ਹਾਊਸ ਲਈ ਚੁਣਿਆ ਜਾਂਦਾ ਹੈ ਤਾਂ ਯੂਨੀਵਰਸਿਟੀਆਂ ਨੂੰ ਮਾਨਤਾ ਅਤੇ ਸੰਘੀ ਸਮਰਥਨ ਖਤਮ ਹੋ ਜਾਵੇਗਾ, ਜਿਸ ਨੂੰ ਉਸਨੇ ਸੈਮਿਟਿਕ ਪ੍ਰਚਾਰ ਵਜੋਂ ਦਰਸਾਇਆ ਹੈ। ਲਾਸ ਵੇਗਾਸ ਵਿੱਚ 1000 ਤੋਂ ਵੱਧ ਰਿਪਬਲਿਕਨ ਯਹੂਦੀ ਗੱਠਜੋੜ ਦੇ ਦਾਨੀਆਂ ਦੀ ਭੀੜ ਨਾਲ ਰਿਮੋਟ ਤੌਰ ਤੇ ਬੋਲਦੇ ਹੋਏ ਟਰੰਪ ਨੇ ਕਿਹਾ ਕਾਲਜਾਂ ਨੂੰ ਯਹੂਦੀ ਵਿਰੋਧੀ ਪ੍ਰਚਾਰ ਨੂੰ ਖਤਮ ਕਰਨਾ ਚਾਹੀਦਾ ਹੈ ਜਾਂ ਉਹ ਆਪਣੀ ਮਾਨਤਾ ਅਤੇ ਸੰਘੀ ਸਮਰਥਨ ਗੁਆ ਦੇਣਗੇ। ਵਿਦਿਆਰਥੀਆਂ ਨੇ ਗਾਜ਼ਾ ਵਿੱਚ ਇਜ਼ਰਾਈਲ ਦੇ ਫੌਜੀ ਹਮਲੇ ਦਾ ਵਿਰੋਧ ਕਰਨ ਅਤੇ ਸੰਸਥਾਵਾਂ ਨੂੰ ਇਜ਼ਰਾਈਲ ਦੀ ਹਮਾਇਤ ਕਰਨ ਵਾਲੀਆਂ ਕੰਪਨੀਆਂ ਨਾਲ ਕਾਰੋਬਾਰ ਕਰਨਾ ਬੰਦ ਕਰਨ ਦੀ ਮੰਗ ਕਰਦਿਆਂ ਬਸੰਤ ਰੁੱਤ ਵਿੱਚ ਕਾਲਜ ਕੈਂਪਸ ਵਿੱਚ ਰੋਸ ਪ੍ਰਦਰਸ਼ਨ ਕੀਤਾ। ਟਰੰਪ ਨੇ ਇਹ ਵੀ ਕਿਹਾ ਕਿ ਉਹ ਗਾਜ਼ਾ ਵਰਗੇ ਅੱਤਵਾਦ ਪ੍ਰਭਾਵਿਤ ਖੇਤਰਾਂ ਤੋਂ ਸ਼ਰਨਾਰਥੀਆਂ ਤੇ ਪੂਰਨਵਾਸ ਤੇ ਪਾਬੰਦੀ ਲਗਾਵੇਗਾ ਅਤੇ ਹਮਾਸ ਪੱਖੀ ਠੱਗਾਂ ਨੂੰ ਗ੍ਰਿਫਤਾਰ ਕਰੇਗਾ ਜੋ ਭੰਨਤੋੜ ਵਿੱਚ ਸ਼ਾਮਲ ਹਨ। ਕੈਨੇਡਾ ਵੱਲੋਂ ਵਿਜ਼ਟਰ ਜਾਂ ਟੂਰਿਸਟ ਵੀਜ਼ਾ ਤੇ ਲੋਕਾਂ ਲਈ ਵਰਕ ਪਰਮਿਟ ਜਾਰੀ ਕਰਨ ਤੇ ਰੋਕ ਲਗਾਉਣ ਦੇ ਨਾਲ ਬਹੁਤ ਸਾਰੇ ਭਾਰਤੀ ਖਾਸ ਕਰਕੇ ਪੰਜਾਬ ਤੋਂ ਹੁਣ ਲੰਬੇ ਸਮੇਂ ਤੱਕ ਰਹਿਣ ਲਈ ਵਿਦਿਆਰਥੀ ਵੀਜ਼ੇ ਲਈ ਅਪਲਾਈ ਕਰਨ ਬਾਰੇ ਸੋਚ ਰਹੇ ਹਨ। ਕੈਨੇਡਾ ਵਿੱਚ ਵਿਦਿਆਰਥੀ ਵੀਜ਼ਾ ਲਈ ਅਰਜ਼ੀ ਦੇਣ ਲਈ ਕੋਈ ਉਮਰ ਸੀਮਾ ਨਹੀਂ ਹੈ ਅਤੇ ਸੈਲਾਨੀਆਂ ਨੂੰ ਅਜੇ ਵੀ ਇਸ ਲਈ ਅਰਜ਼ੀ ਦੇਣ ਦੀ ਇਜਾਜ਼ਤ ਹੈ। ਕੈਨੇਡੀਅਨ ਸਰਕਾਰ ਦੀ ਇਮੀਗ੍ਰੇਸ਼ਨ ਵੈਬਸਾਈਟ ਦੇ ਅਨੁਸਾਰ ਇੱਕ DLI ਯਾਨੀ ਡਿਜ਼ਾਈਨੇਟਿਡ ਲਰਨਿੰਗ ਇੰਸਟੀਚਿਊਟ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਵੀਕਾਰ ਕਰਨ ਲਈ ਪ੍ਰਾਂਤ ਜਾਂ ਖੇਤਰ ਦੁਆਰਾ ਪ੍ਰਵਾਨਿਤ ਸਕੂਲ ਹੈ। ਕੈਨੇਡਾ ਦੇ ਵਿੱਚ ਪੜ੍ਹਨ ਲਈ ਵਿਦਿਆਰਥੀਆਂ ਨੂੰ ਇਹ ਦਿਖਾਉਣ ਦੀ ਲੋੜ ਹੁੰਦੀ ਹੈ ਕਿ ਉਹਨਾਂ ਕੋਲ ਕਾਫੀ ਪੈਸਾ ਹੈ ਅਤੇ ਉਹਨਾਂ ਕੋਲ ਇੱਕ DLI ਵਿੱਚ ਦਾਖਲ ਹੋਣਾ ਲਾਜ਼ਮੀ ਹੈ। ਉਹਨਾਂ ਨੂੰ ਆਪਣੇ ਸਟੱਡੀ ਪਰਮਿਟ ਦੇ ਮਨਜ਼ੂਰ ਹੋਣ ਦੀ ਉਡੀਕ ਕਰਦੇ ਹੋਏ ਆਪਣੇ ਵਿਜ਼ਟਰ ਵੀਜ਼ੇ ਨੂੰ ਵਧਾਉਣ ਦੀ ਵੀ ਲੋੜ ਹੋ ਸਕਦੀ ਹੈ। ਹਿਊਸਟਨ ਪੁਲਾੜ ਯਾਨ ਬੋਇੰਗ ਦਾ ਸਟਾਰਲਾਈਨਰ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਤੋਂ ਬਿਨਾਂ ਧਰਤੀ ਤੇ ਵਾਪਸ ਆ ਗਿਆ। ਨਾਸਾ ਦੇ ਪੁਲਾੜ ਯਾਤਰੀ ਬੈਰੀ ਬਚ ਵਿਲਮੋਰ ਅਤੇ ਸੁਨੀਤਾ ਸੁਨੀ ਵਿਲੀਅਮਸ ਨੇ 5 ਜੂਨ ਨੂੰ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਤੇ ਸਵਾਰ ਹੋ ਕੇ ਆਪਣੀ ਪਹਿਲੀ ਉਡਾਨ ਲਈ 6 ਜੂਨ ਨੂੰ ਪੁਲਾੜ ਸਟੇਸ਼ਨ ਤੇ ਪਹੁੰਚ ਕੀਤੀ। ਇਹ ਜਿਵੇਂ ਹੀ ਸਟਾਰਲਾਈਨਰ ਚੱਕਰ ਲਗਾਉਣ ਵਾਲੀ ਪ੍ਰਯੋਗਸ਼ਾਲਾ ਤੱਕ ਪਹੁੰਚਿਆ, ਨਾਸਾ ਅਤੇ ਬੋਇੰਗ ਨੇ ਪੁਲਾੜ ਯਾਨ ਪ੍ਰਤੀਕਿਰਿਆ ਨਿਯੰਤਰਣ ਥਰਸਟਰਾਂ ਨਾਲ ਹੀਲੀਅਮ ਲੀਕ ਅਤੇ ਅਨੁਭਵੀ ਮੁੱਦਿਆਂ ਦੀ ਪਛਾਣ ਕੀਤੀ। ਪੁਲਾੜ ਯਾਤਰੀਆਂ ਦੀ ਸੁਰੱਖਿਆ ਲਈ ਨਾਸਾ ਨੇ 24 ਅਗਸਤ ਨੂੰ ਐਲਾਨ ਕੀਤਾ ਕਿ ਸਟਾਰਲਾਈਨਰ ਬਿਨਾਂ ਚਾਲਕ ਦਲ ਦੇ ਸਟੇਸ਼ਨ ਤੋਂ ਧਰਤੀ ਤੇ ਵਾਪਸ ਆਵੇਗਾ। ਬੁਚ ਵਿਲਮੋਰ ਅਤੇ ਸੁਨੀਤਾ ਵਿਲੀਅਮਸ ਨੇ ਸਟਾਰਲਾਈਨਰ ਨੂੰ ਕਾਰਗੋ ਨਾਲ ਪੈਕ ਕਰਨਾ ਅਤੇ ਵਾਪਸੀ ਲਈ ਇਸ ਦੇ ਕੈਬਿਨ ਨੂੰ ਸੰਰਚਿਤ ਕਰਨਾ ਪੂਰਾ ਕੀਤਾ। ਨਾਸਾ ਨੇ ਕਿਹਾ ਕਿ ਇਸ ਜੋੜੀ ਨੇ 5 ਸਤੰਬਰ ਦੀ ਦੁਪਹਿਰ ਨੂੰ ਸਟਾਰਲਾਈਨਰ ਦੇ ਹੈਚ ਨੂੰ ਅੰਤਮ ਵਾਰ ਬੰਦ ਕਰ ਦਿੱਤਾ ਅਤੇ ਪੁਲਾੜ ਯਾਨ ਨੂੰ ਬਿਨਾਂ ਚਾਲਕ ਦੇ ਰਵਾਨਗੀ ਲਈ ਤਿਆਰ ਕੀਤਾ। ਵਿਲਮੋਰ ਅਤੇ ਵਿਲੀਅਮਸ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਸਵਾਰ ਰਹਿਣਗੇ ਅਤੇ ਫਰਵਰੀ 2025 ਵਿੱਚ ਸਪੇਸਐਕਸ ਡਰੈਗਨ ਪੁਲਾੜ ਯਾਨ ਤੇ ਸਵਾਰ ਹੋ ਕੇ ਨਾਸਾ ਦੇ ਸਪੇਸਐਕਸ ਕਰੂ 9 ਮਿਸ਼ਨ ਨੂੰ ਸੌਂਪੇ ਗਏ 2 ਹੋਰ ਚਾਲਕ ਦਲ ਦੇ ਮੈਂਬਰਾਂ ਦੇ ਨਾਲ ਘਰ ਪਰਤਣਗੇ। 2 ਦਿਨ ਪਹਿਲਾਂ ਪੂਰਬੀ ਤੁਰਕੀ ਦੇ ਅਰਜ਼ੁਰਮ ਵਿੱਚ ਐਮਰਜੈਂਸੀ ਲੈਂਡਿੰਗ ਕਰਨ ਲਈ ਭਾਰਤ ਦੀ ਵਿਸਤਾਰਾ 에ਅਰਲਾਈਨਸ ਦੁਆਰਾ ਚਲਾਈ ਗਈ ਇੱਕ ਉਡਾਨ ਨੂੰ ਬੰਬ ਦੀ ਧਮਕੀ ਝੂਠੀ ਸਾਬਤ ਹੋਈ। ਅਰਜ਼ੁਰਮ ਦੇ ਗਵਰਨਰ ਮੁਸਤਫਾ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ਅਸੀਂ ਸਾਰੀਆਂ ਖੋਜ ਅਤੇ ਜਾਂਚ ਗਤੀਵਿਧੀਆਂ ਨੂੰ ਪੂਰਾ ਕਰ ਲਿਆ ਹੈ ਅਤੇ ਇਹ ਨਿਰਧਾਰਤ ਕੀਤਾ ਹੈ ਕਿ ਬੰਬ ਦੀ ਧਮਕੀ ਝੂਠੀ ਸੀ। ਨਤੀਜੇ ਵਜੋਂ ਅਰਜ਼ੁਰਮ ਦੇ ਹਵਾਈ ਅੱਡੇ ਤੇ ਉਡਾਨ ਦੀ ਪਾਬੰਦੀ ਹਟਾ ਦਿੱਤੀ ਗਈ ਹੈ। ਉਸਨੇ ਕਿਹਾ ਕਿ ਇਹ ਨੋਟ ਕਰਦੇ ਹੋਏ ਕਿ ਫਸੇ ਹੋਏ ਯਾਤਰੀਆਂ ਲਈ ਆਪਣੀ ਯਾਤਰਾ ਜਾਰੀ ਰੱਖਣ ਲਈ ਮੁੰਬਈ ਭਾਰਤ ਤੋਂ ਇੱਕ ਵਿਕਲਪਿਕ ਉਡਾਨ ਦਾ ਪ੍ਰਬੰਧ ਕੀਤਾ ਗਿਆ। ਵਿਸਤਾਰਾ ਦੇ ਬੁਲਾਰੇ ਨੇ ਕਿਹਾ ਸੀ ਕਿ ਮੁੰਬਈ ਤੋਂ ਫ੍ਰੈਂਕਫਰਟ ਜਾਣ ਵਾਲੀ ਫਲਾਈਟ UK 27 ਸੁਰੱਖਿਆ ਚਿੰਤਾ ਕਾਰਨ ਮੋੜ ਦਿੱਤੀ ਗਈ ਹੈ। ਸਿਫਟਸੀ ਨੇ ਹਵਾਈ ਅੱਡੇ ਤੇ ਪੱਤਰਕਾਰਾਂ ਨੂੰ ਕਿਹਾ, ਅਸੀਂ ਸਾਰੇ ਖੋਜ ਅਤੇ ਜਾਂਚ ਕਾਰਜਾਂ ਨੂੰ ਪੂਰਾ ਕਰ ਲਿਆ।
ਸਾਡੇ ਦੁਆਰਾ ਕੀਤੇ ਗਏ ਕੰਮ ਦੇ ਨਤੀਜੇ ਵਜੋਂ ਅਸੀਂ ਪਾਇਆ ਕਿ ਬੰਬ ਦੀ ਧਮਕੀ ਬੇਬੁਨਿਆਦ ਸੀ। ਸਾਡੇ ਸੂਬੇ ਤੋਂ ਆਉਣ ਵਾਲੀਆਂ ਜਾਂ ਜਾਣ ਵਾਲੀਆਂ ਸਾਰੀਆਂ ਉਡਾਨਾਂ ਹੁਣ ਆਰਾਮ ਨਾਲ ਉਡਾਨ ਭਰ ਸਕਣਗੀਆਂ। ਵਿਸਤਾਰਾ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਕਿ ਸੁਰੱਖਿਆ ਏਜੰਸੀਆਂ ਦੁਆਰਾ ਗ੍ਰਾਹਕਾਂ, ਚਾਲਕ ਦਲ ਅਤੇ ਜਹਾਜ਼ ਨੂੰ ਸਾਫ਼ ਕਰ ਦਿੱਤਾ ਗਿਆ ਸੀ ਅਤੇ ਸਾਰੀਆਂ ਜ਼ਰੂਰੀ ਜਾਂਚਾਂ ਕੀਤੀਆਂ ਗਈਆਂ ਸਨ। ਮੁੰਬਈ ਤੋਂ ਫ੍ਰੈਂਕਫਰਟ ਜਾ ਰਹੇ ਜਹਾਜ਼ ਨੂੰ ਬੰਬ ਦੀ ਧਮਕੀ ਤੋਂ ਬਾਅਦ ਸ਼ੁੱਕਰਵਾਰ ਨੂੰ ਪੂਰਬੀ ਤੁਰਕੀ ਵਿੱਚ ਐਮਰਜੈਂਸੀ ਲੈਂਡਿੰਗ ਕੀਤੀ ਗਈ। ਡੈਮੋਕ੍ਰੈਟਿਕ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਰਾਸ਼ਟਰਪਤੀ ਜੋ ਬਾਈਡਨ ਦੁਆਰਾ ਆਪਣੇ ਵਿੱਤੀ ਸਾਲ 2025 ਦੇ ਬਜਟ ਵਿੱਚ ਪ੍ਰਸਤਾਵਿਤ 39.6% ਦਰ ਦੀ ਬਜਾਏ $1 ਮਿਲੀਅਨ ਜਾਂ ਇਸ ਤੋਂ ਵੱਧ ਕਮਾਈ ਕਰਨ ਵਾਲਿਆਂ ਲਈ ਪੂੰਜੀ ਲਾਭ ਟੈਕਸ ਦਰ ਨੂੰ 28% ਕਰਨ ਦਾ ਪ੍ਰਸਤਾਵ ਕੀਤਾ ਹੈ। ਵਾਈਸ ਪ੍ਰੈਜ਼ੀਡੈਂਟ ਹੈਰਿਸ ਨੇ ਸਮਰਥਕਾਂ ਨੂੰ ਕਿਹਾ ਕਿ ਉਹ ਨਵੇਂ ਛੋਟੇ ਕਾਰੋਬਾਰਾਂ ਲਈ $50,000 ਟੈਕਸ ਕਟੌਤੀ ਲਈ ਜ਼ੋਰ ਦੇਵੇਗੀ, ਜੋ ਮੌਜੂਦਾ ਟੈਕਸ ਬ੍ਰੇਕ ਤੋਂ 10 ਗੁਣਾ ਵੱਧ ਹੈ। ਹੈਰਿਸ ਨੇ ਕਿਹਾ, ਰਾਸ਼ਟਰਪਤੀ ਹੋਣ ਦੇ ਨਾਤੇ ਮੇਰੀ ਸਭ ਤੋਂ ਉੱਚੀ ਤਰਜੀਹ ਅਮਰੀਕਾ ਦੇ ਛੋਟੇ ਕਾਰੋਬਾਰਾਂ ਨੂੰ ਮਜ਼ਬੂਤ ਕਰਨਾ ਹੋਵੇਗੀ। ਇਹ ਨੋਟ ਕਰਦੇ ਹੋਏ ਕਿ ਛੋਟੇ ਕਾਰੋਬਾਰ ਸੰਯੁਕਤ ਰਾਜ ਵਿੱਚ ਪ੍ਰਾਈਵੇਟ ਸੈਕਟਰ ਦੇ ਅੱਧੇ ਕਰਮਚਾਰੀਆਂ ਨੂੰ ਨੌਕਰੀ ਦਿੰਦੇ ਹਨ। ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ 2023 ਵਿੱਚ ਰਿਕਾਰਡ 5.5 ਮਿਲੀਅਨ ਨਵੀਆਂ ਬਿਜ਼ਨਸ ਐਪਲੀਕੇਸ਼ਨਾਂ ਦਾਇਰ ਕੀਤੀਆਂ ਗਈਆਂ ਸਨ। ਹੈਰਿਸ ਨੇ ਕਿਹਾ ਕਿ ਉਹ ਛੋਟੇ ਕਾਰੋਬਾਰਾਂ ਨੂੰ ਘੱਟ ਅਤੇ ਬਿਨਾਂ ਵਿਆਜ ਦੇ ਕਰਜ਼ੇ ਦੇਣ ਦੀ ਵੀ ਯੋਜਨਾ ਬਣਾ ਰਹੀ ਹੈ। ਉਸਨੇ ਕਿਹਾ ਕਿ ਉਸਨੇ ਬਾਈਡਨ ਦੁਆਰਾ ਪ੍ਰਸਤਾਵਿਤ ਅਰਬਪਤੀਆਂ ਲਈ ਇੱਕ ਘੱਟੋ-ਘੱਟ ਟੈਕਸ ਦਾ ਸਮਰਥਨ ਕੀਤਾ। ਹੈਰਿਸ ਨੇ ਆਪਣੇ ਰਿਪਬਲਿਕਨ ਵਿਰੋਧੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਸ ਦੀਆਂ ਯੋਜਨਾਵਾਂ ਸੰਘੀ ਪ੍ਰੋਗਰਾਮਾਂ ਨੂੰ ਘੱਟ ਦੇਣਗੀਆਂ ਜੋ ਛੋਟੇ ਕਾਰੋਬਾਰਾਂ ਨੂੰ ਕਰਜ਼ੇ ਦੀ ਪੇਸ਼ਕਸ਼ ਕਰਦੇ ਹਨ, ਕਾਰਪੋਰੇਟ ਟੈਕਸ ਦਰਾਂ ਨੂੰ ਘਟਾਉਂਦੇ ਹਨ ਅਤੇ ਯੂਐਸ ਘਾਟੇ ਨੂੰ ਉੱਚਾ ਕਰਦੇ ਹਨ। ਅਮਰੀਕਾ ਨੇ ਇਜ਼ਰਾਈਲ ਤੇ ਹਮਾਸ ਦੇ ਹਮਲੇ ਦੀ ਬਰਸੀ ਨੇੜੇ 7 ਅਕਤੂਬਰ ਨੂੰ ਨਿਊਯਾਰਕ ਵਿੱਚ ਯਹੂਦੀਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਕੈਨੇਡਾ ਵਿੱਚ ਰਹਿ ਰਹੇ ਇੱਕ 20 ਸਾਲਾ ਦੇ ਪਾਕਿਸਤਾਨ ਨਾਗਰਿਕ ਨੂੰ ਗ੍ਰਿਫਤਾਰ ਕੀਤਾ। ਅਟਾਰਨੀ ਜਨਰਲ ਮੈਰੀ ਗਾਰਲੈਂਡ ਨੇ ਇੱਕ ਬਿਆਨ 'ਚ ਕਿਹਾ ਕਿ ਖਾਨ ਜਾਂ ਸ਼ਾਹਜ਼ੇਬ ਜਾਦੂਨ ਦੇ ਇਸਲਾਮਿਕ ਸਟੇਟ ਐਂਡ ਅਲ ਸ਼ਾਮ ਦੇ ਨਾਂ ਤੇ ਹੱਤਿਆਵਾਂ ਕਰਨ ਦੇ ਉਦੇਸ਼ ਨਾਲ 7 ਅਕਤੂਬਰ ਦੇ ਕਰੀਬ ਨਿਊਯਾਰਕ ਵਿੱਚ ਅੱਤਵਾਦੀ ਹਮਲੇ ਦੀ ਯੋਜਨਾ ਬਣਾਈ ਸੀ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਯਹੂਦੀ ਲੋਕਾਂ ਨੂੰ ਮਾਰਿਆ ਜਾ ਸਕੇ। ਮੁਹੰਮਦ ਸ਼ਾਹਜ਼ੇਬ ਖਾਨ, ਜਿਸ ਦੀ ਪਛਾਣ ISIS ਸਮਰਥਕ ਵਜੋਂ ਹੋਈ ਹੈ, ਉਸ ਨੂੰ ਬੁੱਧਵਾਰ ਨੂੰ ਔਰਮੇਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜੋ ਕਿ ਕੈਨੇਡਾ ਦੇ ਮੌਂਟਰੀਅਲ ਤੋਂ ਲਗਭਗ 60 ਕਿਲੋਮੀਟਰ ਦੱਖਣ ਵਿੱਚ ਹੈ। ਉਸੇ ਕੈਨੇਡਾ ਵਿੱਚ 3 ਕੇਸ ਦਰਜ ਕੀਤੇ ਗਏ ਹਨ। ਉਸ ਨੂੰ ਨਿਊਯਾਰਕ ਤੇ ਦੱਖਣੀ ਜ਼ਿਲ੍ਹੇ ਵਿੱਚ ISIS ਨੂੰ ਸਹਾਇਤਾ ਅਤੇ ਸਰੋਤ ਪ੍ਰਦਾਨ ਕਰਨ ਦੀ ਵੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਜੇਕਰ ਖਾਨ ਦੋਸ਼ੀ ਪਾਏ ਜਾਂਦੇ ਹਨ ਤਾਂ ਉਸ ਨੂੰ ਵੱਧ ਤੋਂ ਵੱਧ 20 ਸਾਲ ਦੀ ਸਜ਼ਾ ਹੋ ਸਕਦੀ ਹੈ। ਗਾਜ਼ਾ ਪੱਟੀ 'ਚ ਰਹਿ ਰਹੇ ਹਮਾਸ ਦੇ ਅੱਤਵਾਦੀਆਂ ਨੇ 7 ਅਕਤੂਬਰ ਨੂੰ ਜ਼ਮੀਨ, ਹਵਾ ਅਤੇ ਸਮੁੰਦਰ ਰਾਹੀਂ ਇਜ਼ਰਾਈਲ ਤੇ ਭਿਆਨਕ ਅਤੇ ਅਚਾਨਕ ਹਮਲਾ ਕੀਤਾ ਸੀ। ਭਾਰਤ ਨੇ ਕੈਨੇਡਾ 'ਚ ਵੀਜ਼ਾ ਹਾਸਲ ਕਰਨ 'ਚ ਭਾਰਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਸਖਤ ਨੋਟਿਸ ਲਿਆ। ਭਾਰਤ ਨੇ ਕੈਨੇਡਾ ਨੂੰ ਭਾਰਤੀਆਂ ਦੀ ਤਰਜੀਹ ਅਤੇ ਅਰਥਵਿਵਸਥਾ 'ਚ ਉਹਨਾਂ ਦੇ ਯੋਗਦਾਨ ਨੂੰ ਧਿਆਨ 'ਚ ਰੱਖਦੇ ਹੋਏ ਵੀਜ਼ਾ ਪ੍ਰਕਿਰਿਆ 'ਚ ਪਾਰਦਰਸ਼ਤਾ ਅਤੇ ਤੇਜ਼ੀ ਲਿਆਉਣ ਲਈ ਕਿਹਾ ਹੈ। ਰਿਪੋਰਟ ਮੁਤਾਬਿਕ ਵਿਸ਼ਵ ਵਪਾਰ ਸੰਗਠਨ 'ਚ ਕੈਨੇਡਾ ਦੀ 12ਵੀਂ ਵਪਾਰ ਨੀਤੀ ਸਮੀਖਿਆ ਚਰਚਾ ਦੌਰਾਨ ਭਾਰਤ ਨੇ ਇਹ ਮੁੱਦਾ ਉਠਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਖਾਲਿਸਤਾਨੀ ਅੱਤਵਾਦੀ ਹਰਦੀਪ ਨਿੱਜਰ ਦੀ ਮੌਤ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਪੈਦਾ ਹੋਏ ਤਣਾਅ ਕਾਰਨ ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਲੈਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਨੇ ਕੈਨੇਡਾ 'ਚ ਭਾਰਤੀਆਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਕੈਨੇਡਾ 'ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ 'ਚ ਰਿਹਾਇਸ਼, ਧਮਕੀਆਂ ਦੀਆਂ ਘਟਨਾਵਾਂ ਅਤੇ ਸੁਰੱਖਿਆ ਆਦਿ ਸ਼ਾਮਲ ਹਨ। WTO 'ਚ ਭਾਰਤ ਨੇ ਕੈਨੇਡਾ ਵੱਲੋਂ ਕੱਪੜਿਆਂ, ਗਹਿਣਿਆਂ ਅਤੇ ਰਤਨਾਂ ਦੇ ਨਾਲ-ਨਾਲ ਚਮੜੇ ਅਤੇ ਜੁੱਤਿਆਂ ਤੇ ਲਗਾਈ ਹੋਈ ਹਾਈ ਡਿਊਟੀ ਤੇ ਵੀ ਚਿੰਤਾ ਪ੍ਰਗਟਾਈ ਹੈ। ਭਾਰਤ ਨੇ ਕੈਨੇਡਾ ਨੂੰ ਇਨ੍ਹਾਂ ਤੇ ਡਿਊਟੀ ਦਰਾਂ ਘਟਾਉਣ ਲਈ ਕਿਹਾ ਹੈ। ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ 'ਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਤੇਜ਼ੀ ਨਾਲ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਰਿਹਾ ਹੈ ਤੇ ਵਿਦੇਸ਼ੀ ਨਾਗਰਿਕਾਂ ਨੂੰ ਵਾਪਸ ਭੇਜ ਰਿਹਾ ਹੈ। ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ ਅਨੁਸਾਰ 2024 ਦੇ ਪਹਿਲੇ 7 ਮਹੀਨਿਆਂ 'ਚ ਔਸਤਨ 3700 ਵਿਦੇਸ਼ੀਆਂ ਨੂੰ ਵਾਪਸ ਭੇਜਿਆ ਗਿਆ ਹੈ।
ਲੈਬਨਾਨੀ ਅੱਤਵਾਦੀ ਸੰਗਠਨ ਹਿਜ਼ਬੁੱਲਾ ਨੇ ਦਰਜਨਾਂ ਈਰਾਨੀ ਰੋਕੇਟਾਂ ਨਾਲ ਉੱਤਰੀ ਇਜ਼ਰਾਈਲ ਤੇ ਹਮਲਾ ਕੀਤਾ। ਇਹ ਹਮਲਾ ਸ਼ਨੀਵਾਰ ਨੂੰ ਲੈਬਨਾਨ ਤੇ ਇਜ਼ਰਾਈਲ ਦੇ ਹਵਾਈ ਹਮਲੇ ਦੇ ਜਵਾਬ 'ਚ ਕੀਤਾ ਗਿਆ। ਇਜ਼ਰਾਈਲੀ ਹਮਲਿਆਂ ਦੇ ਕੁਝ ਘੰਟਿਆਂ ਬਾਅਦ ਹਿਜ਼ਬੁੱਲਾ ਵੱਲੋਂ ਤਿੱਖਾ ਜਵਾਬੀ ਹਮਲਾ ਕੀਤਾ ਗਿਆ। ਇਜ਼ਰਾਈਲੀ ਹਮਲੇ ਵਿੱਚ 4 ਲੈਬਨਾਨੀ ਸੁਰੱਖਿਆ ਕਰਮਚਾਰੀ ਮਾਰੇ ਗਏ। ਲੈਬਨਾਨ ਤੋਂ ਦਾਗੇ ਗਏ ਰੋਕਟ ਐਤਵਾਰ ਤੜਕੇ ਤੱਕ ਇਜ਼ਰਾਈਲ ਤੇ ਵਰਦੇ ਰਹੇ। ਹਿਜ਼ਬੁੱਲਾ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਉਸਨੇ ਐਤਵਾਰ ਤੜਕੇ ਦੁਸ਼ਮਣ ਦੇ ਹਮਲਿਆਂ ਦੇ ਜਵਾਬ ਵਿੱਚ ਰੋਕਟ ਦਾਗੇ। ਇਜ਼ਰਾਈਲੀ ਮੀਡੀਆ ਦੇ ਅਨੁਸਾਰ ਹਿਜ਼ਬੁੱਲਾ ਦੁਆਰਾ ਦਾਗੇ ਗਏ ਰੋਕਟਾਂ ਵਿੱਚੋਂ ਇੱਕ ਕਿਰਿਆਤ ਸ਼ਮੋਨਾ ਵਿੱਚ ਇੱਕ ਇਮਾਰਤ ਨੂੰ ਵੱਜਾ, ਦੂਜਾ ਇੱਕ ਫੁੱਟਪਾਥ ਨਾਲ ਟਕਰਾ ਗਿਆ, ਜਦਕਿ ਹੋਰ ਰੋਕੇਟ ਨੂੰ ਰੋਕਿਆ ਗਿਆ ਅਤੇ ਕੁਝ ਰੋਕੇਟ ਬਸਤੀਆਂ ਤੋਂ ਦੂਰ ਜੰਗਲਾਂ ਵਿੱਚ ਟਿਕੇ। ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਫਿਲਹਾਲ ਹਿਜ਼ਬੁੱਲਾ ਹਮਲੇ 'ਚ ਕਿਸੇ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਹਾਲਾਂਕਿ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਇੱਕ ਖੜੀ ਕਾਰ ਵੀ ਨੁਕਸਾਨੀ ਗਈ। ਲੈਬਨਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ ਦੱਖਣ ਵਿੱਚ ਇਜ਼ਰਾਈਲੀ ਹਮਲੇ ਵਿੱਚ 3 ਸਿਵਲ ਡਿਫੈਂਸ ਕਰਮਚਾਰੀ ਮਾਰੇ ਗਏ। ਇਸ ਹਮਲੇ ਦੇ ਜਵਾਬ ਵਿੱਚ ਕੁਝ ਘੰਟਿਆਂ ਬਾਅਦ ਹਿਜ਼ਬੁੱਲਾ ਨੇ ਐਤਵਾਰ ਤੜਕੇ ਉੱਤਰੀ ਇਜ਼ਰਾਈਲ ਦੇ ਇੱਕ ਸ਼ਹਿਰ ਨੂੰ ਨਿਸ਼ਾਨਾ ਬਣਾ ਕੇ ਜਵਾਬੀ ਰੋਕਟ ਹਮਲਾ ਕੀਤਾ। ਦੱਖਣੀ ਚੀਨ ਦੇ ਹੈਨਾਨ ਸੂਬੇ ਵਿੱਚ ਭਿਆਨਕ ਤੂਫਾਨ ਯਾਗੀ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 95 ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਸ਼ਾਮ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ। ਪ੍ਰੋਵੀਜ਼ਨਲ ਐਮਰਜੈਂਸੀ ਮੈਨੇਜਮੈਂਟ ਵਿਭਾਗ ਮੁਤਾਬਿਕ ਹੈਨਾਨ 'ਚ 5,26,000 ਤੋਂ ਜ਼ਿਆਦਾ ਲੋਕ ਤੂਫਾਨ ਨਾਲ ਪ੍ਰਭਾਵਿਤ ਹੋਏ ਹਨ। ਸਾਲ ਦੇ 11ਵੇਂ ਤੂਫਾਨ ਯਾਗੀ ਨੇ ਸ਼ੁੱਕਰਵਾਰ ਨੂੰ 2 ਵਾਰ ਲੈਂਡਫਾਲ ਕੀਤਾ, ਪਹਿਲਾਂ ਹੈਨਾਨ ਪ੍ਰਾਂਤ ਅਤੇ ਬਾਅਦ ਵਿੱਚ ਗੁਆਂਗਡੋਂਗ ਸੂਬੇ ਵਿੱਚ। ਪ੍ਰੈਸ ਕਾਨਫਰੰਸ ਅਨੁਸਾਰ ਹੈਨਾਨ ਦੇ ਜ਼ਿਆਦਾਤਰ ਖੇਤਰ ਵੱਖ-ਵੱਖ ਡਿਗਰੀਆਂ ਤੱਕ ਪ੍ਰਭਾਵਿਤ ਹੋਏ ਹਨ। ਨਤੀਜੇ ਵਜੋਂ ਬੁਨਿਆਦੀ ਢਾਂਚੇ, ਉਦਯੋਗਾਂ ਅਤੇ ਖੇਤੀਬਾੜੀ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਉਤਪਾਦਨ ਅਤੇ ਨਿਵਾਸੀਆਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਐਲੋਨ ਮਸਕ ਦੀ ਕੰਪਨੀ ਸਪੇਸਐਕਸ ਅਗਲੇ 2 ਸਾਲਾਂ 'ਚ ਮੰਗਲ ਗ੍ਰਹਿ ਤੇ ਆਪਣਾ ਸਭ ਤੋਂ ਵੱਡਾ ਰੌਕਟ ਸਟਾਰਸ਼ਿਪ ਭੇਜਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦੇ CEO ਐਲੋਨ ਮਸਕ ਨੇ ਇਸ ਦਾ ਐਲਾਨ ਕੀਤਾ। ਐਲੋਨ ਮਸਕ ਨੇ ਕਿਹਾ ਕਿ ਇਹ ਬਿਨਾਂ ਕਰੂ ਵਾਲਾ ਮਿਸ਼ਨ ਹੋਵੇਗਾ, ਜਿਸ ਵਿੱਚ ਮੰਗਲ ਗ੍ਰਹਿ ਤੇ ਰੌਕਟ ਦੀ ਸੁਰੱਖਿਅਤ ਲੈਂਡਿੰਗ ਦਾ ਪ੍ਰੀਖਣ ਕੀਤਾ ਜਾਵੇਗਾ। ਮਸਕ ਨੇ ਵੀ ਕਿਹਾ ਕਿ ਜੇਕਰ ਇਹ ਬਿਨਾਂ ਕਰੂ ਵਾਲਾ ਮਿਸ਼ਨ ਸਫਲ ਹੋ ਜਾਂਦਾ ਹੈ ਤਾਂ ਅਗਲੇ 4 ਸਾਲਾਂ 'ਚ ਮੰਗਲ ਤੇ ਮਨੁੱਖੀ ਮਿਸ਼ਨ ਭੇਜੇ ਜਾਣਗੇ। ਸਪੇਸਐਕਸ ਦੇ ਮੁਖੀ ਨੇ ਕਿਹਾ ਕਿ ਸਫਲ ਮਿਸ਼ਨ ਤੋਂ ਬਾਅਦ ਮੰਗਲ ਮਿਸ਼ਨ 'ਚ ਤੇਜ਼ੀ ਆਵੇਗੀ ਅਤੇ ਜੇਕਰ ਸਭ ਕੁਝ ਠੀਕ ਰਿਹਾ ਤਾਂ ਉਹ ਅਗਲੇ 20 ਸਾਲਾਂ 'ਚ ਮੰਗਲ ਤੇ ਪੂਰਾ ਸ਼ਹਿਰ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੇ ਹਨ। ਮਸਕ ਨੇ ਕਈ ਗ੍ਰਹਿਾਂ ਤੇ ਇੱਕੋ ਸਮੇਂ ਮਨੁੱਖੀ ਜੀਵਨ ਦੀ ਸੰਭਾਵਨਾ ਦੀ ਵਕਾਲਤ ਕੀਤੀ ਅਤੇ ਇਹ ਵੀ ਕਿਹਾ ਕਿ ਸਾਨੂੰ ਸਿਰਫ ਇੱਕ ਗ੍ਰਹਿ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਮਸਕ ਨੇ ਸਪੇਸਐਕਸ ਦੇ ਕਰਮਚਾਰੀਆਂ ਨੂੰ ਮੰਗਲ ਗ੍ਰਹਿ ਤੇ ਸ਼ਹਿਰ ਸਥਾਪਿਤ ਕਰਨ ਦੀ ਯੋਜਨਾ ਤੇ ਕੰਮ ਸ਼ੁਰੂ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਮੰਗਲ ਗ੍ਰਹਿ ਤੇ ਛੋਟੇ ਗੁੰਬਦ ਵਾਲੇ ਨਿਵਾਸ ਸਥਾਨ ਬਣਾਉਣ ਦੀ ਯੋਜਨਾ ਹੈ। ਇੱਕ ਹੋਰ ਟੀਮ ਮੰਗਲ ਗ੍ਰਹਿ ਤੇ ਕਠੋਰ ਵਾਤਾਵਰਣ ਨਾਲ ਨਜਿੱਠਣ ਲਈ ਸਪੇਸ ਸੂਟ ਬਣਾਉਣ ਤੇ ਕੰਮ ਕਰ ਰਹੀ ਹੈ, ਜਦਕਿ ਇੱਕ ਮੈਡੀਕਲ ਟੀਮ ਇਸ ਗੱਲ ਤੇ ਖੋਜ ਕਰ ਰਹੀ ਹੈ ਕਿ ਕੀ ਮਨੁੱਖ ਉੱਥੇ ਬੱਚੇ ਪੈਦਾ ਕਰ ਸਕਦੇ ਹਨ। ਮਸਕ ਨੇ 2016 ਚ ਕਿਹਾ ਸੀ ਕਿ ਮੰਗਲ ਤੇ ਮਨੁੱਖੀ ਬਸਤੀ ਸਥਾਪਿਤ ਕਰਨ ਵਿੱਚ 40 ਤੋਂ 100 ਸਾਲ ਲੱਗਣਗੇ, ਪਰ ਹੁਣ ਮਸਕ ਨੇ ਅਗਲੇ 20 ਸਾਲਾਂ 'ਚ ਮੰਗਲ ਤੇ ਮਨੁੱਖੀ ਬਸਤੀ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਮਸਕ ਦਾ ਟੀਚਾ ਮੰਗਲ ਗ੍ਰਹਿ ਤੇ ਲਗਭਗ 10 ਲੱਖ ਲੋਕਾਂ ਨੂੰ ਵਸਾਉਣਾ ਹੈ। ਸਵੀਡਨ 'ਚ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕਰੀਨ ਦੀ ਵਰਤੋਂ ਕਰਨ ਤੇ ਪਾਬੰਦੀ ਲਗਾਈ ਗਈ ਹੈ। ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ 'ਚ ਸਪਸ਼ਟ ਕੀਤਾ ਗਿਆ ਹੈ ਕਿ ਬੱਚਿਆਂ ਨੂੰ ਟੀਵੀ ਅਤੇ ਮੋਬਾਈਲ ਫੋਨ ਸਮੇਤ ਕਿਸੇ ਵੀ ਸਕਰੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ 2 ਤੋਂ 5 ਸਾਲ ਦੇ ਬੱਚੇ ਦਿਨ 'ਚ ਵੱਧ ਤੋਂ ਵੱਧ 1 ਘੰਟੇ ਲਈ ਸਕਰੀਨ ਦੀ ਵਰਤੋਂ ਕਰ ਸਕਦੇ ਹਨ, ਜਦਕਿ 6 ਤੋਂ 12 ਸਾਲ ਦੇ ਬੱਚੇ 2 ਘੰਟੇ ਸਕਰੀਨ ਦੀ ਵਰਤੋਂ ਕਰ ਸਕਦੇ ਹਨ। ਇਸ 'ਚ ਕਿਹਾ ਗਿਆ ਹੈ ਕਿ ਕਿਸ਼ੋਰਾਂ ਨੂੰ ਦਿਨ 'ਚ ਵੱਧ ਤੋਂ ਵੱਧ 3 ਘੰਟੇ ਲਈ ਸਕਰੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਇਸ 'ਚ ਇਹ ਵੀ ਕਿਹਾ ਗਿਆ ਕਿ ਕਿਸ਼ੋਰਾਂ ਨੂੰ ਦਿਨ 'ਚ ਵੱਧ ਤੋਂ ਵੱਧ 3 ਘੰਟੇ ਲਈ ਸਕਰੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।
ਸਵੀਡਨ ਦੀ ਸਰਕਾਰ ਨੇ ਇਹ ਐਡਵਾਈਜ਼ਰੀ ਅਜਿਹੇ ਸਮੇਂ ਵਿੱਚ ਜਾਰੀ ਕੀਤੀ ਜਦੋਂ ਵੱਖ-ਵੱਖ ਖੋਜਾਂ ਨੇ ਦਿਖਾਇਆ ਹੈ ਕਿ ਸਕਰੀਨ ਦੀ ਜ਼ਿਆਦਾ ਵਰਤੋਂ ਬੱਚਿਆਂ ਅਤੇ ਕਿਸ਼ੋਰਾਂ 'ਚ ਨੀਂਦ ਦੀ ਗੁਣਵੱਤਾ ਤੇ ਅਸਰ ਪਾ ਰਹੀ ਹੈ। ਡਿਪਰੈਸ਼ਨ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ ਅਤੇ ਸਰੀਰਕ ਗਤੀਵਿਧੀਆਂ 'ਚ ਲਗਾਤਾਰ ਕਮੀ ਆ ਰਹੀ ਹੈ। ਅਮਰੀਕਾ, ਆਇਰਲੈਂਡ, ਕੈਨੇਡਾ, ਆਸਟ੍ਰੇਲੀਆ ਅਤੇ ਫਰਾਂਸ ਵਰਗੇ ਦੇਸ਼ਾਂ ਨੇ ਵੀ ਅਜਿਹੀ ਸਲਾਹ ਜਾਰੀ ਕੀਤੀ ਹੈ। ਇਨ੍ਹਾਂ 'ਚੋਂ ਫਰਾਂਸ ਨੇ ਸਭ ਤੋਂ ਸਖਤ ਸਲਾਹ ਜਾਰੀ ਕੀਤੀ ਹੈ ਕਿ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕਰੀਨ ਦੀ ਵਰਤੋਂ ਕਰਨ ਦੀ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਇਹ ਸਾਂਝੀ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਮੇਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।